ਅੱਧੀ ਰਾਤ ਵਾਲੀ ਗੱਡੀ ਲੰਘ ਗਈ ਹੈ। ਲੋਹੜੀ ਦੀ ਗਰਮੀ ਤੇ ਮੱਛਰਾਂ ਦੀ ਭਿਣਕਾਹਟ ਹੈ। ਕਈ ਦਿਨਾਂ ਤੋਂ ਬਿਜਲੀ ਬੰਦ ਹੈ। ਸ਼ਾਇਦ ਪਿੰਡਾਂ 'ਚ ਇੱਦਾਂ ਹੀ ਹੁੰਦਾ ਹੋਵੇਗਾ। ਸ਼ਹਿਰਾਂ 'ਚ ਤਾਂ ਇੱਦਾਂ ਕਦੇ ਨਹੀਂ ਹੋਇਆ। ਚੁੰਨੀ ਨਾਲ ਪਈ ਬੱਚੀ ਨੂੰ ਹਵਾ ਚੱਲ ਰਹੀ ਆ। ਅੱਖ ਲਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਮੱਛਰ ਕੰਨਾਂ 'ਚ ਖੋਰੂ ਪਾਉਂਦੇ ਨੇ ਤੇ ਮੇਰਾ ਛਾਤੀ 'ਤੇ ਟਿਕਿਆ ਹੱਥ ਬੱਚੀ ਨੂੰ ਫਿਰ ਹਵਾ ਚੱਲਣੀ ਸ਼ੁਰੂ ਕਰ ਦਿੰਦਾ ਏ। ਡਰਦੀ ਹਾਂ ਕਿ ਜੇ ਬੱਚੀ ਨੂੰ ਮਲੇਰੀਆ ਵਗੈਰਾ ਹੋ ਗਿਆ ਤਾਂ ਰਣਜੀਤ ਦੇ ਅਜੀਬੇ ਗਰੀਬ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਤੂੰ ਕਦੇ ਬੱਚੇ ਨੂੰ ਪਿੰਡੋਂ ਸਹੀ ਸਲਾਮਤ ਵੀ ਲੈ ਆਇਆ ਕਰ। ਬੱਚਿਆਂ ਦੀ ਸ਼ਕਲ ਵਿਗਾੜ ਦਿੰਦੀ ਹੈ ਤੂੰ ਪਿੰਡ ਜਾ ਕੇ। ਕੁੜੀ ਦਾ ਰੰਗ ਵੇਖ, ਜਿਵੇਂ ਮਜਬੀਆਂ ਦੀ ਹੋਵੇ। ਦੇਖਿਆ ਏ, ਇਹਨਾਂ ਨੂੰ ਗਾਲਾਂ ਤੋਂ ਬਿਨਾਂ ਕੁਝ ਸਿਖਾ ਕੇ ਵੀ ਲਿਆਂਦਾ ਕਦੇ? ਆਪਣੇ ਵਰਗੇ ਕਰ ਲਏ ਤੂੰ। ਰਣਜੀਤ ਦੇ ਖਰਵੇ ਬੋਲਾਂ 'ਚ ਇੱਕ ਵਾਰੀ ਮੱਛਰਾਂ ਦੀ ਭਿਣਕਾਹਟ ਗੁਆਚ ਜਾਂਦੀ ਹੈ ਤੇ ਮੇਰਾ ਚੁੰਨੀ ਵਾਲਾ ਹੱਥ ਤੇ ਚੱਲਣਾ ਸ਼ੁਰੂ ਹੋ ਜਾਂਦਾ ਏ। ਮੀਨੂ ਵੱਲ ਵੇਖਦੀ ਹਾਂ, ਉਹ ਵੱਖੀ ਨਾਲ ਲੱਗੀ ਕੁਰਾੜੇ ਮਾਰ ਰਹੀ ਹੈ। ਮੈਂ ਉਸਦੇ ਮੂੰਹ ਤੇ ਪੋਲਾ ਜਿਹਾ ਹੱਥ ਫੇਰਦੀ ਹਾਂ। ਮੇਰਾ ਹੱਥ ਮੁੜਕੇ ਨਾਲ ਪਿੱਛ ਜਾਂਦਾ ਹੈ। ਉਸ ਨੂੰ ਪਾਸਾ ਪਰਤਾਉਂਦੀ ਹਾਂ ਤੇ ਉਹ ਫਿਰ ਮੇਰੇ ਵੱਲ ਉਲਟ ਜਾਂਦੀ ਹੈ। ਉਸਦੇ ਹੱਥਾਂ ਦੀ ਛੋਹ ਨਾਲ ਮੈਨੂੰ ਨੀਂਦ ਆਉਣ ਲੱਗਦੀ ਹੈ। ਰਣਜੀਤ ਨੇ ਜ਼ੋਰ ਦੀ ਅੱਡੀ ਮੰਜੀ ਦੀ ਬਾਹੀ ਤੇ ਮਾਰੀ ਤੇ ਉੱਚੀ ਸਾਰੀ ਗਾਲ ਕੱਢੀ। ਮੇਰੇ ਬਦਨ ਨੂੰ ਝਟਕਾ ਜਿਹਾ ਵੱਜਿਆ। ਪਤਾ ਨਹੀਂ ਇੰਜ ਉਸਨੇ ਮੇਰਾ ਧਿਆਨ ਆਪਣੇ ਵੱਲ ਖਿੱਚਣ ਲਈ ਕੀਤਾ ਜਾਂ ਮੱਛਰ ਦੇ ਕੱਟਣ ਕਰਕੇ। ਉਸਨੇ ਬੈਠਾ ਹੋ ਕੇ ਪੈਰ ਖੁਰਕ ਕੇ ਤੇ ਫਿਰ ਗਾਲ ਕੱਢੀ। ਪਤਾ ਨਹੀਂ ਉਸਨੇ ਇੰਜ ਕਰਕੇ ਕਿਸ ਤੇ ਗੁੱਸਾ ਕੱਢਿਆ, ਮੇਰੇ ਤੇ ਜਾਂ ਆਪਣੇ ਆਪ ਤੇ। ਕੀ ਹੋਇਆ? ਮੈਂ ਪੁੱਛਿਆ। ਤੇਰੀ ਮਾਂ ਦਾ ਸਿਰ। ਉਸਨੇ ਮੂੰਹ ਪਾਸੇ ਕਰ ਲਿਆ। ਮੈਂ ਦੁਆਲੇ ਨਜ਼ਰ ਘੁਮਾਉਂਦੀ ਹਾਂ। ਤਕਰੀਬਨ ਸਾਰੇ ਹੀ ਜਾਗ ਰਹੇ ਹਨ। ਵੱਡੀ ਭੈਣ ਵੱਲ ਵੇਖਿਆ। ਉਹ ਰਸੋਈ ਦੇ ਦਰਵਾਜ਼ੇ ਕੋਲ ਮੰਜੀ 'ਚ ਪਈ ਪਾਸੇ ਮਾਰ ਰਹੀ ਹੈ। ਸ਼ਾਇਦ ਉਸਦੇ ਕੰਨਾਂ 'ਚ ਰਣਜੀਤ ਦੀਆਂ ਗਾਲਾਂ ਦੀ ਆਵਾਜ਼ ਪਹੁੰਚ ਗਈ ਹੋਵੇ। ਵੈਸੇ ਕਿਹੜਾ ਵੱਡੀ ਭੈਣ ਕਦੇ ਸੁੱਤੀ ਹੈ? ਹਰ ਸਵੇਰ ਉਸਦੀਆਂ ਅੱਖਾਂ ਉਸਦੇ ਨਾ ਸੌਣ ਦੀ ਗਵਾਹੀ ਭਰਦੀਆਂ ਹਨ। ਉਸਦੀਆਂ ਅੱਖਾਂ ਦੀ ਨਮੀ ਉਸਦੀ ਉਦਾਸੀ ਦਾ ਸਬੂਤ ਹੈ। ਭਾਵੇਂ ਉਹ ਆਪਣਾ ਦੁੱਖ ਛੁਪਾਉਣ ਦਾ ਲੱਖ ਯਤਨ ਕਰਦੀ ਹੈ, ਪਰ ਘਰ 'ਚ ਕੋਈ ਵੀ ਅਣਜਾਣ ਨਹੀਂ। ਸਭ ਉਸਦਾ ਅੰਦਰ ਜਾਣਨ ਵਾਲੇ ਨੇ। ਉਸ ਨੂੰ ਵਿਆਹਿਆਂ 6 ਸਾਲ ਹੋ ਗਏ ਹਨ, ਪਰ 5 ਸਾਲਾਂ ਤੋਂ ਬਾਪੂ ਦੀਆਂ ਦਹਿਲੀਜ਼ਾਂ 'ਚ ਬੈਠੀ ਹੈ। ਜੀਜਾ ਜੀ ਨਾਲ ਅਣਬਣ ਦਾ ਕਾਰਨ ਨਾ ਕਦੇ ਉਸਨੇ ਦੱਸਿਆ ਤੇ ਨਾ ਹੀ ਮੇਰੀ ਪੁੱਛਣ ਦੀ ਕਦੀ ਹਿੰਮਤ ਪਈ। ਘਰਦਿਆਂ ਤੇ ਉਸਦਾ ਇਸ ਹੱਦ ਤੱਕ ਦਬਦਬਾ ਹੈ ਕਿ ਜੋ ਕੁਝ ਉਹ ਨਹੀਂ ਦੱਸਣਾ ਚਾਹੁੰਦੀ, ਕਿਸੇ ਦੀ ਕੀ ਹਿੰਮਤ ਕੀ ਪੁੱਛਣ ਦੀ ਜੁਰਤ ਕਰ ਸਕੇ। ਇੱਕ ਦਿਨ ਉਸਨੂੰ ਚਾਚੀ ਕੋਲ ਇੰਨਾ ਕੁ ਕਹਿੰਦਿਆਂ ਜ਼ਰੂਰ ਸੁਣਿਆ, ਜੇ ਸਿਰਫ ਉਸਦੀਆਂ ਰੋਟੀਆਂ ਹੀ ਸੇਕਣੀਆਂ ਨੇ ਫਿਰ ਬਾਪੂ ਦਾ ਘਰ ਕੀ ਮਾੜਾ ਹੈ? ਜੇ ਮੈਂ ਉਸਦੀ ਜੁੱਲੀ 'ਚ ਸੌਣਾ ਨਹੀਂ, ਵਿਛਾਣਾ ਨਹੀਂ, ਜਿਹੜੀ ਸੌਂਦੀ ਹੈ ਉਸ ਤੋਂ ਵਿਛਾਵੇ। ਉਸ ਦਿਨ ਮੈਂ ਸੋਚਿਆ ਸੀ ਕਿ ਉਹ ਭੈਣ ਦੀ ਜਠਾਣੀ ਹੋਵੇਗੀ। ਜੇ ਝੂਠ ਹੀ ਕਹਾਣੀ ਆ ਫਿਰ ਪਿੰਡ ਦੇ ਮੁੰਡੇ ਕੀ ਮਰ ਗਏ? ਜੇ ਉਸਨੂੰ ਤੀਵੀਆਂ ਦਾ ਘਾਟਾ ਨਹੀਂ, ਮੇਰੇ ਵਾਸਤੇ ਕਿਹੜਾ ਕਾਲ ਚਿੜੀ ਫਿਰ ਗਈ। ਭੈਣ ਦੀ ਵਾਰ ਵਾਂਗ ਖੜੀ ਹੈ। ਉਸਦੀ ਜਿੱਦ ਉਸ ਤੋਂ ਵੱਡੀ ਹੈ। ਮੈਨੂੰ ਪਤਾ ਹੈ ਉਹ ਬਾਜੀ ਹਾਰ ਜਾਏਗੀ, ਪਰ ਜਿੱਦ ਨਹੀਂ ਛੱਡੇਗੀ। ਭੈਣ ਉਦੋਂ ਦੀ ਹੁੰਦੀ ਹੋਈ ਮੇਰੀ ਨਿਗਾਹ ਬਾਪੂ 'ਤੇ ਚਾ ਪਈ। ਬੋੜੀ ਵੇ ਰੱਬਾ ਕਹਿ ਕੇ ਉਹ ਮੰਜੀ ਤੋਂ ਉੱਠਿਆ ਹੈ। ਬਾਪੂ ਨੂੰ ਗੋਡਿਆਂ ਦੀ ਤਕਲੀਫ ਹੈ। ਨਾ ਉਹ ਸੌਖਿਆਂ ਬੈਠ ਸਕਦਾ, ਨਾ ਹੀ ਖੜਾ ਹੋ ਸਕਦਾ ਏ। ਬੈਠਦਾ ਵੀ ਰੱਬ ਨੂੰ ਗਾਲਾਂ ਕੱਢਣ ਲੱਗ ਪੈਂਦਾ ਹੈ ਤੇ ਉੱਠਦਿਆਂ ਵੀ, ਜਿਵੇਂ ਰੱਬ ਉਸਦਾ ਕਰਜ਼ਾਈ ਹੋਵੇ। ਇਸ ਤੋਂ ਬਿਨਾਂ ਉਸਨੂੰ ਪਿਸ਼ਾਬ ਦੀ ਤਕਲੀਫ ਵੀ ਹੈ। 10-10 ਮਿੰਟਾਂ ਬਾਅਦ ਉਸਨੂੰ ਪਿਸ਼ਾਬ ਕਰਨ ਉੱਠਣਾ ਪੈਂਦਾ ਹੈ। ਕਈ ਵਾਰ ਤਾਂ ਉੱਠਦਿਆਂ ਹੀ ਪਿਸ਼ਾਬ ਵਿੱਚੇ ਨਿਕਲ ਜਾਂਦਾ ਹੈ। ਸਵੇਰੇ ਉਸਦਾ ਬਿਸਤਰਾ ਇੰਜ ਭਿੱਜਿਆ ਹੁੰਦਾ ਹੈ ਜਿਵੇਂ ਕਿਸੇ ਨੇ ਬਿਸਤਰੇ 'ਚ ਪਾਣੀ ਦੀ ਬਾਲਟੀ ਡੋਲੀ ਹੋਵੇ। ਕਈ ਵਾਰ ਤਾਂ ਉਹ ਆਪਣੀ ਕਿਸਮਤ 'ਤੇ ਰੋਣ ਵੀ ਲੱਗ ਪੈਂਦਾ ਹੈ। ਫਿਰ ਜੋ ਸਾਹਮਣੇ ਹੋਵੇ ਗਾਲਾਂ ਕੱਢਣ ਲੱਗ ਪੈਂਦਾ ਹੈ। ਅਜਿਹੇ ਮੌਕਿਆਂ 'ਤੇ ਅਕਸਰ ਬੇਬੇ ਨੂੰ ਹੀ ਤੱਤੀਆਂ ਠੰਡੀਆਂ ਸੁਣਨੀਆਂ ਪੈਂਦੀਆਂ ਹਨ। ਡਾਕਟਰਾਂ ਅਨੁਸਾਰ ਬਾਪੂ ਦੇ ਗਦੂਦ ਵਧੇ ਹੋਏ ਹਨ। ਬਾਪੂ ਦੇ ਕੋਲ ਕਰਕੇ ਹੀ ਛੋਟੀ ਭੈਣ ਦੀ ਮੰਜੀ ਹੈ। ਉਸ ਵਿਚਾਰੀ ਨੂੰ ਚੈਨ ਨਹੀਂ। ਉਹ ਵੀ ਪਾਸੇ ਮਾਰ ਰਹੀ ਹੈ ਤੇ ਕਦੇ ਕਦਾਈ ਹੱਥਲੇ ਗੱਦੇ ਨਾਲ ਹਵਾ ਚੱਲਣ ਲੱਗ ਪੈਂਦੀ ਹੈ। ਪਹਿਲਾਂ ਜਨੇਪਾ ਕਰਨ ਆਈ ਹੈ ਤੇ ਥੋੜ੍ਹੇ ਹੀ ਦਿਨ ਬਾਕੀ ਨੇ। ਬੱਚੇ ਦੀ ਹਿਲਜੁਲ ਤੇ ਗਰਭ ਦੀਆਂ ਪੀੜਾਂ ਕਰਕੇ ਚੈਨ ਕਿੱਥੇ। ਹਵਾ ਚੱਲਦੀ ਦੀ ਉਸਦੀਆਂ ਚੂੜੀਆਂ ਦੀ ਆਵਾਜ਼ ਮੇਰੇ ਕੰਨਾਂ ਨਾਲ ਟਕਰਾ ਰਹੀ ਹੈ। ਇੱਕ ਬੇਬੇ ਹੈ ਜੋ ਸਾਡੇ ਨਾਲ ਦੀ ਮੰਜੀ 'ਤੇ ਕੂਕ ਸੁੱਤੀ ਪਈ ਹੈ। ਹੱਡੀਆਂ ਦੀ ਮੁੱਠ ਜਿਹੀ ਮੰਜੀ 'ਚ ਇਕੱਠੀ ਹੋਈ ਪਈ ਹੈ। ਮੰਜੀ 'ਚ ਡਿੱਗਦਿਆਂ ਹੀ ਸੌਂ ਗਈ ਸੀ ਉਹ। ਸਾਰਾ ਦਿਨ ਬੇਬੇ ਚੂਹੀ ਵਾਂਗ ਭੱਜੀ ਫਿਰਦੀ ਹੈ। ਘਰ ਦੇ ਪਸ਼ੂ ਸਾਂਭਣ ਤੋਂ ਲੈ ਕੇ ਬਾਪੂ ਨੂੰ ਸਾਂਭਣ ਦੇ ਸਾਰੇ ਕੰਮ ਉਹ ਆਪ ਕਰਦੀ ਹੈ। ਬਾਪੂ ਨੂੰ ਸਾਂਭਣ ਤੋਂ ਬਿਨਾਂ ਉਸਨੂੰ ਬਾਪੂ ਦੀਆਂ ਗਾਲਾਂ ਦਾ ਭਾਰ ਵੀ ਚੁੱਕਣਾ ਪੈਂਦਾ ਹੈ। ਪਾਣੀ ਵਾਂਗੂ ਪੀ ਜਾਂਦੀ ਹੈ ਸਾਰਾ ਕੁਛ ਉਹ।
ਕਦੇ ਕਦਾਈ ਵੱਡੀ ਭੈਣ ਵੱਲ ਵੇਖ ਕੇ ਜ਼ਰੂਰ ਸਵਾਦ 'ਚ ਵੜ ਕੇ ਰੋਣ ਲੱਗ ਪੈਂਦੀ ਹੈ। ਭੈਣ ਨੂੰ ਜ਼ਾਹਿਰ ਇਹ ਵੀ ਨਹੀਂ ਹੋਣ ਦਿੰਦੀ। ਮੇਰੀ ਸੋਚ ਸਾਰੀਆਂ ਮੰਜੀਆਂ ਤੋਂ ਦੀ ਘੁੰਮ ਰਹੀ ਹੈ। ਮੰਜੀਆਂ 'ਤੇ ਘੁੰਮ ਕੇ ਮੇਰੀ ਸੋਚ ਪਸ਼ੂਆਂ ਵੱਲ ਚਲੀ ਗਈ। ਸਭ ਧਰਤੀ 'ਤੇ ਸਿਰ ਸੁੱਟੀ ਸੁੱਤੇ ਪਏ ਹਨ। ਕੁੱਤਾ ਵੀ ਭੌਂਕ ਭੌਂਕ ਕੇ ਸੋ ਗਿਆ। ਚਿੜੀਆਂ ਜੋ ਸ਼ਾਮ ਵੇਲੇ ਵਿਹੜੇ 'ਚ ਖੜ੍ਹੇ ਤੂਤ 'ਤੇ ਸ਼ੋਰ ਮਚਾ ਰਹੀਆਂ ਸਨ, ਪੱਤਿਆਂ 'ਚ ਦਬਕ ਕੇ ਬੈਠ ਗਈਆਂ ਹਨ। ਮੈਨੂੰ ਜਾਪਿਆ ਜਿਵੇਂ ਸਾਰਾ ਜਹਾਨ ਸੁੱਤਾ ਪਿਆ ਹੈ, ਇੱਕ ਮੈਂ ਹੀ ਜਾਗ ਰਹੀ ਹਾਂ। ਉਹ ਵੀ ਕਾਹਦੇ ਲਈ? ਮੈਨੂੰ ਆਪਣੇ ਜੀਣ 'ਤੇ ਸ਼ਰਮ ਆਈ। ਸੋਚ ਰਹੀ ਹਾਂ ਰਣਜੀਤ ਨੂੰ ਕਿਵੇਂ ਸਮਝਾਵਾਂ, ਉਸ ਦਾ ਗੁੱਸਾ ਕਿਵੇਂ ਸ਼ਾਂਤ ਕਰਾਂ। ਮੂੰਹ ਪਾਸੇ ਕਰ ਲਿਆ। ਮੈਂ ਉਸ ਦੀ ਚਾਦਰ ਖਿੱਚਦਿਆਂ ਕਿਹਾ, ਜਿਹੜੀ ਪਤਾ ਨਹੀਂ ਮੱਛਰਾਂ ਕਰਕੇ ਤਾਣੀ ਸੀ, ਜਾਂ ਮੈਥੋਂ ਖਿੱਚ ਕੇ। ਹੋਰ ਤੇਰੇ ਘਸਾੜ ਵੱਲ ਦੇਖਦਾ ਰਹਾ। 2 ਘੰਟੇ ਹੋ ਗਏ ਤੇਰੇ ਮੂੰਹ ਤੱਕਦਿਆਂ। ਇੱਕ ਤੂੰ ਜਾਂ ਸਾਲੀ ਬਰਫ਼ ਦੀ ਸਿਲ, ਠੰਡੀ ਤੀਵੀਂ, ਕਹਿ ਕੇ ਉਸਨੇ ਪਰਾ ਮੂੰਹ ਕਰ ਲਿਆ। ਫਿਰ ਕੀ ਹੋਇਆ? ਕਿਉਂ ਇੰਨਾ ਖਿੱਚਦੇ ਹੋ? ਮੌਕਾ ਵੀ ਵੇਖੀਦਾ, ਸਾਰੇ ਜਾਗਦੇ ਪਏ ਆ, ਸਿਆਣੇ ਬਣੋ। ਪਿਆਰ ਨਾਲ ਮੈਂ ਉਸਦਾ ਹੱਥ ਫੜ ਕੇ ਚੁੰਮਣਾ ਚਾਹਿਆ, ਪਰ ਉਹਨਾਂ ਮੇਰਾ ਹੱਥ ਮਰੋੜ ਕੇ ਪਰੇ ਤੱਕ ਦਿੱਤਾ। ਅੱਧੀ ਰਾਤ ਹੋ ਗਈ ਤੈਨੂੰ ਸਮਝਾਉਂਦਿਆਂ। ਮੈਂ ਨਹੀਂ ਸਾਰੀ ਰਾਤ ਜਾਗ ਸਕਦਾ। 4 ਘੰਟਿਆਂ ਦਾ ਸਫ਼ਰ ਕਰਕੇ ਪਹੁੰਚਿਆ ਇੱਥੇ। ਸਾਡੇ ਤੀਵੀਆਂ ਦੇ ਤਾਂ ਚਲਿੱਤਰ ਨਹੀਂ ਮੁੱਕਦੇ। ਤੁਸੀਂ ਸਫ਼ਰ ਆਪਣੇ ਲਈ ਕੀਤਾ, ਮੇਰੇ ਤੇ ਬੱਚੀ ਲਈ ਨਹੀਂ। ਮੈਂ ਫਿਰ ਰਣਜੀਤ ਦਾ ਹੱਥ ਕੁੱਟਦੀ ਹਾਂ, ਪਰ ਉਹ ਹੱਥ ਛਡਾ ਕੇ ਪਾਸਾ ਪਰਤ ਲੈਂਦਾ ਏ। ਬੱਚੀ ਨੂੰ 1.5 ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਸਨ। ਬਾਪੂ ਦੀ ਤਬੀਅਤ ਠੀਕ ਨਾ ਹੋਣ ਕਰਕੇ ਮੈਂ ਬੱਚੀ ਨੂੰ ਨਾਲ ਲੈ ਕੇ ਪੇਕੇ ਆ ਗਈ ਸਾਂ, ਤਾਂ ਜੋ ਦੁਖੀ ਬਾਪੂ ਦਾ ਦੁੱਖ ਕੁਝ ਘਟ ਜਾਵੇ। ਰਣਜੀਤ ਸ਼ਨਿਚਰਵਾਰ ਨੂੰ ਡਿਊਟੀ ਤੋਂ ਸਿੱਧਾ ਬੱਸ ਫੜ ਕੇ ਸਾਡੇ ਕੋਲ ਪਹੁੰਚ ਜਾਂਦਾ ਸੀ ਤੇ 2 ਰਾਤਾਂ ਲਾ ਕੇ ਸੋਮਵਾਰ ਨੂੰ ਵਾਪਸ ਪਰਤ ਜਾਂਦਾ ਸੀ। ਇਹ 2 ਰਾਤਾਂ ਅਸੀਂ ਇਸੇ ਤਰ੍ਹਾਂ ਲੜ ਝਗੜ ਕੇ ਲਗਾ ਦਿੰਦੇ ਸਾਂ, ਪਰ ਅੱਜ ਦੀ ਰਾਤ ਰਣਜੀਤ ਦੀ ਜਿੱਦ ਬਣ ਕੇ ਖੜੀ ਹੈ। ਕੁਛ ਅਕਲ ਤੋਂ ਕੰਮ ਲਓ। ਮਾਂ ਦਾ ਮੰਜਾ ਨਾਲ ਹੈ, ਜੇ ਸੁਣ ਲਿਆ ਕੀ ਕਹਿਣਗੇ? ਤੇਰੀ ਮਾਂ ਨੇ ਅੱਜ ਸਾਡੇ ਨਾਲ ਹੀ ਮਰਨਾ ਸੀ। ਤੈਨੂੰ ਕਿਹਾ ਸੀ ਹੇਠਾਂ ਮੱਛਰ ਹੈ, ਮੰਜੀਆਂ ਕੋਠੇ 'ਤੇ ਡਾਲ ਹੈ, ਪਰ ਤੂੰ ਸਾਲੀ ਮੰਨੀ ਵੀ। ਕਿੰਨੇ ਚਿਰ ਤੋਂ ਉਹ ਮੇਰੀ ਮੰਜੀ 'ਤੇ ਆਉਣ ਦੀ ਜਿੱਦ ਕਰ ਰਿਹਾ, ਪਰ ਮੈਂ ਰੋਕੀ ਜਾ ਰਹੀ ਹਾਂ। ਸੋਚਦੀ ਹਾਂ ਕਿ ਦੁੱਖ ਨਾਲ ਕਰਾ ਰਿਹਾ ਬਾਪੂ ਜੋ ਜਾਗਦਾ ਪਿਆ, ਕੀ ਸੋਚੇਗਾ? ਜੇ ਪਤਾ ਲੱਗ ਗਿਆ, ਇਹੋ ਨਾ ਇਹ ਕੰਜਰ ਮੇਰਾ ਪਤਾ ਨਹੀਂ ਲੈਣ ਆਇਆ, ਮੇਰੇ ਸਿਰ ਸੁਆਹ ਪਾਉਣ ਆਇਆ। ਦੁੱਖ ਭੁਲਾਉਣ ਦੀ ਬਜਾਏ ਮੇਰਾ ਦੁੱਖ ਵਧਾਉਣ ਆਇਆ, ਤੜਫਾਉਣ ਆਇਆ ਮੈਨੂੰ। ਮੈਂ ਨਹੀਂ ਚਾਹੁੰਦੀ ਬਾਪੂ ਇੰਝ ਸੋਚੇ। ਮੈਂ ਨਹੀਂ ਚਾਹੁੰਦੀ ਬਾਪੂ ਦੁਖੀ ਹੋਵੇ। ਜਦੋਂ ਦਾ ਕਰਨੈਲ ਜੀਜਾ ਜੀ ਨੇ ਆਉਣਾ ਛੱਡਿਆ, ਉਦੋਂ ਤੋਂ ਹੀ ਬਾਪੂ ਨੇ ਬੇਬੇ ਆਪਣੇ ਆਪ ਨੂੰ ਇਕੱਲੇ ਸਮਝਦੇ ਨੇ। ਰੱਬ ਇੱਕ ਪੁੱਤ ਦੇ ਦਿੰਦਾ, ਸ਼ਾਇਦ ਉਹਨਾਂ ਦਾ ਇਹ ਹਾਲ ਨਾ ਹੁੰਦਾ। ਇਸ ਗੱਲੋਂ ਉਹ ਦੁਨੀਆ ਨਾਲ ਤਾਂ ਕੀ, ਰੱਬ ਨਾਲ ਹੀ ਨਾਰਾਜ਼ ਨੇ। ਇਸ ਲਈ ਉਹਨਾਂ ਨੇ ਕਦੇ ਘਰ 'ਚ ਧਾਰਮਿਕ ਰਸਮ ਨਹੀਂ ਕਰਾਈ। ਮੇਰੇ ਵਿਆਹ ਵੇਲੇ ਵੀ ਉਹ ਆਨੰਦ ਕਾਰਜ ਧਾਰਮਿਕ ਰੀਤਾਂ ਮੁਤਾਬਕ ਨਹੀਂ ਸੀ ਕਰਨਾ ਚਾਹੁੰਦੇ, ਪਰ ਸਾਡੀ ਭੈਣ ਦੇ ਜ਼ੋਰ ਪਾਉਣ 'ਤੇ ਉਹ ਮਸਾਂ ਮੰਨੇ ਸਨ। ਦੁਖੇ ਹੋਏ ਉਹ ਕਹਿੰਦੇ ਹਨ, ਕੋਈ ਰੱਬ ਰੁੱਬ ਨਹੀਂ, ਐਵੇਂ ਸਾਲੇ ਬਕਵਾਸ ਕਰਦੇ ਆ। ਨਰਕ ਸੁਰਗ ਸਭ ਇੱਥੇ ਹੀ ਆ, ਸਭ ਲੈਣ ਦੇਣ ਇਸੇ ਜਨਮ 'ਚ ਹੁੰਦਾ। ਲੋਕ ਵੱਡੀ ਭੈਣ ਦੇ ਵਿਆਹ ਤੋਂ 1 ਸਾਲ ਬਾਅਦ ਤੱਕ ਉਹ ਬੜਾ ਖੁਸ਼ ਰਹੇ ਤੇ ਉਹਨਾਂ ਨੂੰ ਲੱਗਿਆ ਸੀ ਜਿਵੇਂ ਰੱਬ ਨੇ ਉਹਨਾਂ ਨੂੰ ਪੁੱਤ ਦੇ ਦਿੱਤਾ ਹੋਵੇ। ਭੈਣ ਤੇ ਜੀਜਾ ਜੀ ਆਏ ਫਰਕ ਨੇ ਉਹਨਾਂ ਨੂੰ ਪਹਿਲਾਂ ਵਾਲੀ ਥਾਂ 'ਤੇ ਲੈ ਆਂਦਾ ਸੀ। ਉਹਨਾਂ ਇੱਕ ਦਿਨ ਬੇਬੇ ਨੂੰ ਕਿਹਾ ਸੀ, ਇਹ ਸਾਡਾ ਪਰਮ ਸੀ ਭਾਗਵਾਨੇ, ਜਵਾਈ ਕਦੇ ਪੁੱਤ ਨਹੀਂ ਬਣਦੇ। ਜੇ ਅਜਿਹਾ ਹੋ ਸਕਦਾ ਤਾਂ ਦੁਨੀਆ ਪੁੱਤਾਂ ਨੂੰ ਕਿਉਂ ਰੋਂਦੀ? ਮੈਨੂੰ ਬਾਪੂ ਦੀ ਇਸ ਗੱਲ 'ਤੇ ਗੁੱਸਾ ਜਿਹਾ ਆਇਆ ਸੀ ਤੇ ਮੈਂ ਬਾਪੂ ਨੂੰ ਕਿਹਾ ਸੀ, ਨਹੀਂ ਬਾਪੂ ਜੀ, ਸਾਰੀ ਦੁਨੀਆ ਬਰਾਬਰ ਤਾਂ ਨਹੀਂ ਹੁੰਦੀ। ਰਣਜੀਤ ਵੀ ਤਾਂ ਜਵਾਈ ਆ। ਜੋ ਵੱਡੇ ਨੇ ਚੰਨ ਚਾੜਿਆ ਉਹੀ ਇਹ ਚਾੜੇਗਾ। ਇਕੱਲੀਆਂ ਧੀਆਂ ਵਾਲੇ ਬਾਪ ਨੂੰ ਲੋਭੀ ਜਵਾਈ ਮਿਲਦੇ ਆ ਧੀਏ, ਜੋ ਪੁੱਤ ਤਾਂ ਕੀ ਜਵਾਈ ਵੀ ਨਹੀਂ ਬਣਦੇ। ਬਾਪੂ ਨੇ ਦਿਲ 'ਚੋਂ ਉੱਠੀ ਚੀਸ ਵਾਂਗ ਕਿਹਾ ਸੀ। ਬਾਪੂ ਦੀ ਗੱਲ ਇੱਕ ਦਿਨ ਮੇਰੀਆਂ ਅੱਖਾਂ ਸਾਹਮਣੇ ਹੀ ਸਾਬਤ ਹੋ ਗਈ ਸੀ, ਜਦੋਂ ਮੈਂ ਰਣਜੀਤ ਨੂੰ ਵੱਡੀ ਭੈਣ ਦੀ ਪਿੱਠ 'ਤੇ ਚੁੰਡੀ ਭਰਦਿਆਂ ਵੇਖ ਲਿਆ ਸੀ। ਦੁਖੀ ਹੁੰਦਿਆਂ ਉਹ ਸਿਰਫ ਇੰਨਾ ਹੀ ਕਹਿ ਸਕੀ ਸੀ, ਦੁਨੀਆ 'ਚੋਂ ਔਰਤ ਮਰਦ ਦਾ ਸਿਰਫ ਇੱਕੋ ਰਿਸ਼ਤਾ ਬਚਿਆ ਰਣਜੀਤ, ਬਾਕੀ ਰਿਸ਼ਤਿਆਂ ਦਾ ਕੋਈ ਅਰਥ ਨਹੀਂ ਰਿਹਾ। ਰਣਜੀਤ ਬੇਸ਼ਰਮਾ ਵਾਂਗ ਖਚਰੀ ਜਿਹੀ ਹਾਸੀ ਹੱਸਦਿਆਂ ਬੈਠਕ 'ਚ ਜਾ ਪਿਆ ਸੀ। ਰਣਜੀਤ ਨੇ ਭੈਣ ਨੂੰ ਸ਼ਾਇਦ ਘਰੋਂ ਕੱਢੀ ਗਾਂ ਸਮਝ ਲਿਆ ਸੀ। ਮਨ ਨੇ ਚਾਹਿਆ ਵੀ ਸੀ ਰਣਜੀਤ ਨੂੰ ਪੁੱਛਾਂ, ਪਰ ਵੱਡੀ ਭੈਣ ਤੇ ਪਿਓ ਵੱਲ ਵੇਖ ਕੇ ਚੁੱਪ ਕਰ ਗਈ। ਸੋਚਿਆ ਸੀ, ਔਰਤ ਗਾਂ ਹੀ ਤਾਂ ਹੁੰਦੀ ਹੈ, ਫੰਡਰ ਗਾਂ ਵਰਗੀ। ਵੱਡੀ ਭੈਣ ਵੱਲ ਵੇਖ ਕੇ ਕਈ ਵਾਰ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ। ਕਿੰਨਾ ਵੱਡਾ ਜੇਰਾ ਹੈ ਭੈਣ ਦਾ। ਆਪਣੇ ਮਰਦ ਤੋਂ ਬਿਨਾਂ ਜੀਣਾ ਕੋਈ ਛੋਟੀ ਗੱਲ ਆ। 5 ਸਾਲ ਹੋ ਗਏ ਉਸਨੂੰ ਪੇਕੇ ਘਰ ਦੀ ਮੰਜੀ 'ਤੇ ਸੌਂਦਿਆਂ। ਇੰਨੇ ਚਿਰ ਤਾਂ ਔਰਤ ਪਾਗਲ ਹੋ ਜਾਂਦੀ ਹੈ। ਕਦੇ ਕਦੇ ਜੀਅ ਕਰਦਾ ਹੈ ਕੁਝ ਦਿਨ ਵਾਸਤੇ ਉਸਨੂੰ ਰਣਜੀਤ ਦੇ ਦਿਆਂ,
ਪਰ ਉਸ ਅੱਗੇ ਅਜਿਹੀ ਗੱਲ ਕਰਨ ਦੀ ਮੇਰੇ 'ਚ ਹਿੰਮਤ ਕਿੱਥੇ। ਉਸ ਦੀ ਇੱਕ ਘੁਰਕੀ ਤੋਂ ਸਾਰਾ ਟੱਬਰ ਡਰਦਾ ਹੈ। ਮੈਂ ਸ਼ਾਇਦ ਗਲਤ ਸੋਚ ਰਹੀ ਹਾਂ। ਆਪਣਾ ਮਰਦ ਕਿਸੇ ਨੂੰ ਕਦੋਂ ਦਿੱਤਾ ਜਾਂਦਾ ਹੈ? ਭੈਣ ਹੋਵੇ ਭਾਵੇਂ ਕੋਈ ਹੋਰ। ਪਤਾ ਨਹੀਂ ਭੈਣ ਚੰਦਰੀ ਕਿਹੜੀ ਮਿੱਟੀ ਦੀ ਬਣੀ ਹੈ। ਪਸ਼ੂ ਪੰਛੀ ਵੀ ਕਲੋਲਾਂ ਕਰਦੇ ਨੇ ਤੇ ਭੈਣ, ਉਫ, ਕਿੰਨਾ ਔਖਾ ਹੈ ਆਪਣੇ ਆਪ ਨੂੰ ਮਾਰਨਾ ਤੇ ਮਰ ਕੇ ਜੀਣਾ। ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮੇਰੀ ਸੋਚ ਮੇਰੇ ਆਪਣੇ 'ਚ ਪਰਤ ਆਈ। ਰਣਜੀਤ ਇੰਨੀ ਜਿੱਦ ਕਰੇਗਾ, ਮੈਨੂੰ ਆਸ ਵੀ ਨਹੀਂ ਸੀ। ਵੱਡੇ ਛੋਟੇ ਦੀ ਕੋਈ ਸ਼ਰਮ ਤਾਂ ਹੋਣੀ ਚਾਹੀਦੀ ਹੈ। ਮੈਂ ਕਿਹੜਾ ਕਿਰਾਏ ਦੀ ਤੀਵੀਂ ਆ ਜੋ ਰਾਤ ਲੰਘ ਜਾਣ ਤੋਂ ਬਾਅਦ ਪੈਸੇ ਲੈ ਕੇ ਤੁਰਦੀ ਬਣਾਂਗੀ। ਕੋਲ ਪਿਆ ਬਾਪੂ ਤੇ ਛੋਟੀ ਭੈਣ ਜਿਸ ਨੂੰ ਮੈਂ ਚੰਗੇ ਮੰਦੇ ਦੀਆਂ ਮੱਤਾਂ ਦਿੰਦੀ ਆਈ ਹਾਂ, ਕੀ ਸੋਚਣਗੇ? ਮੈਂ ਸੋਚੀ ਜਾ ਰਹੀ ਹਾਂ। ਚੁੰਨੀ ਦੇ ਪੱਲੇ ਵਾਂਗ ਮੇਰੀ ਸੋਚ ਇੱਧਰ ਉੱਧਰ ਦੌੜ ਰਹੀ ਹੈ। ਉਸਨੇ ਫਿਰ ਹੱਥ ਫੜ ਕੇ ਖਿੱਚਿਆ। ਉਹ ਮੇਰੀ ਮੰਜੀ ਵੱਲ ਖਿਸਕ ਰਿਹਾ ਸੀ। ਉਸਦੇ ਗਰਮ ਹੱਥਾਂ 'ਚੋਂ ਆਪਣਾ ਹੱਥ ਛੁਡਾ ਕੇ ਮੈਂ ਦੋਵੇਂ ਹੱਥ ਅੱਗੇ ਜੋੜ ਦਿੱਤੇ। ਕਿਉਂ ਛਿੱਤਰਾਂ ਨੂੰ ਥਾਂ ਕਰਦਾ ਹੈ? ਮੈਂ ਕੱਲ੍ਹ ਨੂੰ ਤੁਹਾਡੇ ਨਾਲ ਹੀ ਫਿਰੋਜ਼ਪੁਰ ਚਲੀ ਜਾਵਾਂਗੀ। ਫਿਰ ਜਿਹੜੀ ਖੇ ਮਾਂ ਧੀ, ਪਿਓ ਧੀ ਤੇ ਭੈਣ ਦੇ ਇਸ ਪਵਿੱਤਰ ਰਿਸ਼ਤੇ 'ਚੋਂ ਕਿਉਂ ਸੁਆਹ ਪਾਉਂਦੇ? ਮੇਰੀ ਇਸ ਘਰ ਮਾਨ ਇੱਜ਼ਤ ਬਣੀ ਰਹਿਣ ਦੇ ਰੱਬ ਦੇ ਵਾਸਤੇ। ਇਸ ਬੱਚੀ ਦੀ ਸੋਹ ਤੁਹਾਨੂੰ ਕੀ ਸੋਚ ਕੇ ਬੱਚੀ ਦੀਆਂ ਛੁੱਟੀਆਂ ਕੱਟਣ ਆਈ ਸੀ ਤੇ ਇੰਜ ਵੀ ਹੋਵੇਗਾ ਮੈਨੂੰ ਚੇਤਾ ਵੀ ਨਹੀਂ ਸੀ। ਉਸਨੇ ਢਿੱਡ ਦੇ ਹੇਠਾਂ ਕਰਕੇ ਲੱਤ ਕੱਢ ਮਾਰੀ ਤੇ ਮੇਰੀਆਂ ਉਂਗਲੀਆਂ ਮਰੋੜ ਕੇ ਬੋਲਿਆ, ਕੁੱਤੀਏ, ਤੇਰੇ ਵਰਗੀਆਂ ਤੀਵੀਆਂ ਹੀ ਆਦਮੀਆਂ ਨੂੰ ਹੋਰ ਪਾਸੇ ਮੂੰਹ ਮਾਰਨ ਵਾਸਤੇ ਮਜਬੂਰ ਕਰਦੀਆਂ ਨੇ। ਇਸੇ ਕਰਕੇ ਆਦਮੀ ਹੋਰ ਕੰਧਾਂ ਕੋਠੇ ਟੱਪਦੇ। ਮੈਂ ਆਪਣੀ ਆਈ ਤੇ ਜਾ ਆ ਗਿਆ, ਪਛਤਾਏਂਗੀ ਫਿਰ। ਪ੍ਰੀਤੋ ਵਿਆਹੀ ਨਹੀਂ ਅਜੇ, ਸਮਝ ਗਈ? ਉਸਨੇ ਚਾਦਰ ਖਿੱਚ ਕੇ ਨੱਕ ਤੱਕ ਕਰ ਲਈ। ਮੈਂ ਨਹੀਂ ਸਮਝੀ। ਨਾ ਸਮਝਣ ਵਾਲੀ ਵੀ ਐਡੀ ਕਿਹੜੀ ਗੱਲ ਸੀ? ਇਹ ਫੁੰਕਾਰਾ ਸੀ ਰਣਜੀਤ ਦਾ, ਇੱਕ ਲਲਕਾਰਾ। ਇਹ ਜੋ ਲਲਕਾਰੇ ਮਾਰ ਕੇ ਹਰ ਮਰਦ ਆਪਣੇ ਆਪ 'ਤੇ ਫਖਰ ਮਹਿਸੂਸ ਕਰਦਾ ਹੈ। ਸਦੀਆਂ ਤੋਂ ਔਰਤ ਨੇ ਮਰਦ ਦੇ ਇਹ ਲਲਕਾਰੇ ਸੁਣੇ ਨੇ ਤੇ ਜੇ ਅੱਜ ਮੈਂ ਵੀ ਸੁਣ ਲਿਆ, ਕਿਹੜੀ ਹੇਠਲੀ ਉੱਤੇ ਹੋ ਗਈ। ਮੇਰਾ ਸਰੀਰ ਗੁੱਸੇ ਨਾਲ ਕੰਬਦਾ ਹੈ, ਮੁੱਠੀਆਂ ਮੀਚੀਆਂ ਜਾਂਦੀਆਂ ਹਨ। ਇਸ ਕਰਕੇ ਨਹੀਂ ਕਿ ਮੈਂ ਡਰ ਗਈ ਹਾਂ। ਸੋਚਦੀ ਹਾਂ ਜੇ ਇਹ ਲਲਕਾਰਾ ਰਣਜੀਤ ਨੂੰ ਮੈਂ ਮਾਰ ਦਿਆਂ, ਉਹਦੀ ਸਾਰੀ ਮਰਦਾਨਗੀ ਗਰਕ ਹੋ ਜਾਏਗੀ, ਬਿਜਲੀ ਦੇ ਕਰੰਟ ਵਾਂਗ। ਰਣਜੀਤ ਨੇ ਸੋਚਿਆ ਸੀ ਮੈਂ ਡਰ ਜਾਵਾਂਗੀ ਤੇ ਉਸਦਾ ਹੱਥ ਫੜ ਕੇ ਹਨੇਰੀ ਬੈਠਕ ਵੱਲ ਤੁਰ ਪਵਾਂਗੀ, ਪਰ ਡਰ ਹੀ ਤਾਂ ਗਈ ਹਾਂ ਮੈਂ। ਮੈਨੂੰ ਆਪਣਾ ਕੱਦ ਛੋਟਾ ਜਿਹਾ ਜਾਪਿਆ, ਜਿਵੇਂ ਮੈਂ ਸੁੰਗੜ ਕੇ ਰਬੜ ਦੀ ਡੋਲ ਬਣ ਗਈ ਹੋਵਾਂ। ਵੱਡੀ ਭੈਣ ਮੇਰੇ ਸਾਹਮਣੇ ਜੋ ਪਈ ਹੈ, ਮੂੰਹ ਖੋਲ੍ਹਣ ਦੇ ਇਲਜ਼ਾਮ 'ਚ ਜਲਾਵਤਨੀ ਭੁਗਤ ਰਹੀ ਵੱਡੀ ਭੈਣ। ਪ੍ਰੀਤੋ ਦਾ ਨਾਮ ਸੁਣਦਿਆਂ ਮੂੰਹ ਬਕਬਕਾ ਜਿਹਾ ਹੋ ਗਿਆ, ਜਿਵੇਂ ਮੈਨੂੰ ਕਿਸੇ ਨੇ ਝੂਠ ਪਿਲਾ ਦਿੱਤੀ ਹੋਵੇ। ਮੇਰੇ ਮੂੰਹ 'ਚ ਥੁੱਕ ਦਾ ਗੋਲਾ ਜਿਹਾ ਬਣ ਗਿਆ। ਮੈਂ ਚਾਰੇ ਪਾਸੇ ਨਜ਼ਰ ਘੁਮਾਈ। ਮੈਨੂੰ ਜਾਪਿਆ ਜਿਵੇਂ ਸਾਰੇ ਸੁੰਗੜ ਕੇ ਆਪਣੇ ਮੰਜਿਆਂ 'ਚ ਦੁਬਕ ਗਏ ਹੋਣ, ਬਿਨਾਂ ਧੜਾਂ ਤੋਂ ਲਾਸ਼ਾਂ ਜੀਆਂ। ਮੇਰੀ ਹਿੰਮਤ ਟੇਢੀ ਹੋ ਗਈ। ਜੀ ਤਾਂ ਕਰਦਾ ਰਣਜੀਤ ਲਈ ਹਿੰਮਤ ਇਕੱਠੀ ਕਰਾਂ, ਪਰ ਪਿਓ ਦੇ ਵਿਹੜੇ 'ਚੋਂ ਪੁਰਖਿਆਂ ਦੀਆਂ ਅੱਖਾਂ ਮੈਨੂੰ ਘੂਰ ਰਹੀਆਂ ਹਨ। ਮਾਪਿਆਂ ਦਾ ਘਰ ਮੈਥੋਂ ਖੈਰ ਮੰਗ ਰਿਹਾ ਏ, ਜਿਸ ਵਿਹੜੇ 'ਚ ਮੈਂ ਮਿੱਟੀ ਦੇ ਘਰ ਬਣਾਏ, ਗੁੱਡੀਆਂ ਪਟੋਲੇ ਖੇਡੀ ਤੇ ਜਵਾਨੀ ਦੇ ਗੀਤ ਗਾਏ, ਉਹ ਮੇਰੀਆਂ ਸੋਚਾਂ ਅੱਗੇ ਹਿੱਕ ਤਾਣੀ ਖੜਾ ਏ। ਭੈਣ ਵੱਲ ਦੇਖਦਿਆਂ ਹਿੰਮਤ ਇਕੱਠੀ ਕਰਨ ਲੱਗ ਪੈਂਦੀ ਹਾਂ ਤੇ ਪਿਓ ਵੱਲ ਵੇਖ ਕੇ ਢੇਰੀ ਕਰ ਦਿੰਦੀ ਹਾਂ। ਮੈਂ ਕਿੱਥੇ ਜਾਵਾਂ? ਅਣਦੇਖੀ ਪ੍ਰੀਤੋ ਦਾ ਖਿਆਲ ਆਉਂਦਾ ਹੈ। ਕੌਣ ਹੈ ਉਹ? ਰਣਜੀਤ ਉਸਨੂੰ ਕਿਵੇਂ ਜਾਣਦਾ? ਮੈਂ ਉਸਨੂੰ ਕਿਉਂ ਨਹੀਂ ਦੇਖਿਆ? ਇਹਨਾਂ ਸਵਾਲਾਂ ਪਿੱਛੇ ਮੇਰੀ ਸੋਚ ਖਿੰਡ ਜਾਂਦੀ ਹੈ ਤੇ ਇਸ ਖਿੰਡੀ ਸੋਚ ਸਾਹਮਣੇ ਫਿਰ ਪਤਾ ਨਹੀਂ ਕਦੋਂ ਆਂਟੀ ਨਸੀਬੋ ਆ ਖੜਦੀ ਹੈ। ਬਿਲਕੁਲ ਤੇਰੇ ਤੇ ਗਈ ਆ ਕੁੜੀ, ਅੱਖਾਂ ਨੱਕ ਬੁੱਲ ਮਾਂ ਵਰਗੇ। ਜਦੋਂ ਮੈਂ ਜਨੇਪਾ ਕੱਟ ਕੇ ਵਾਪਸ ਫਿਰੋਜ਼ਪੁਰ ਗਈ ਤਾਂ ਨਾਲ ਦੇ ਮਕਾਨ ਵਾਲੀ ਆਂਟੀ ਨੇ ਕਿਹਾ ਸੀ, ਅਕਸਰ ਵੇਲੇ ਸਮੇਂ ਮੇਰੇ ਕੋਲ ਬੈਠਿਆ ਕਰਦੀ ਸੀ, ਰਣਜੀਤ ਨਾਲ ਕੁਝ ਨਹੀਂ ਮਿਲਦਾ। ਮੈਂ ਹੱਸਦਿਆਂ ਪੁੱਛਿਆ, ਧੀਆਂ ਮਾਂ 'ਤੇ ਜਾਂਦੀਆਂ ਨੇ, ਮੁੰਡੇ ਲੰਡਨ ਪਿਓ 'ਤੇ। ਆਂਟੀ ਨੇ ਮੱਥੇ ਤਿਉੜੀਆਂ ਪਾ ਕੇ ਕਿਹਾ, ਮੁੰਡੇ ਲੰਡਨ ਨਹੀਂ ਹੁੰਦੇ ਆਂਟੀ, ਮੁੰਡਿਆਂ ਨਾਲ ਦੁਨੀਆ ਵਸਦੀ ਆ। ਦੁਨੀਆ ਧੀਆਂ ਨਾਲ ਆ ਧੀਏ। ਇਹ ਵੱਗ ਅਸੀਂ ਜੰਮਿਆ ਕੁੜੀਆਂ, ਅਸੀਂ ਜੰਮਿਆ। ਆਂਟੀ ਨੇ ਦੂਰ ਸੜਕ 'ਤੇ ਜਾ ਰਹੀ ਭੀੜ ਵੱਲ ਇਸ਼ਾਰਾ ਕੀਤਾ। ਇਹ ਆਦਮੀ ਸਾਡੀ ਮਿੱਟੀ ਤੋਂ ਜੰਮਿਆ ਤੇ ਇੱਕ ਦਿਨ ਇਹੋ ਆਦਮੀ ਸਾਡੀ ਧੁੰਨੀ 'ਤੇ ਲੱਤ ਮਾਰ ਕੇ ਤੁਰਦਾ ਬਣਦਾ ਹੈ। ਸਾਡੇ ਨੂੰਹਾਂ 'ਚੋਂ ਅਜੇ ਤੱਕ ਇਹਨਾਂ ਦਾ ਗੂੰ ਨਹੀਂ ਨਿਕਲਿਆ। ਆਂਟੀ ਮੇਰੇ ਮੂਹਰੇ ਆਪਣੇ ਪੀਲੇ ਹੋ ਚੁੱਕੇ ਨੂੰਹ ਕਰ ਦਿੰਦੀ ਹੈ। ਫਿਰ ਵੱਡਾ ਹੋਣ 'ਤੇ ਇਸ ਤੋਂ ਵਫਾ ਦੀ ਆਸ ਕਿੱਥੇ? ਆਂਟੀ ਦੇ ਘਰ ਵਾਲਾ ਉਸਦੀ ਗੋਦ 1 ਸਾਲ ਦਾ ਮੁੰਡਾ ਛੱਡ ਕੇ ਕਿਸੇ ਹੋਰ ਤੀਵੀਂ ਨਾਲ ਨਿਕਲ ਗਿਆ ਸੀ, ਕਿਉਂਕਿ ਉਹ ਆਪ ਸਰੀਰ ਦੀ ਉਗੜ ਦੁਗੜੀ ਸੀ, ਪਿੱਠ ਭਾਰੀ, ਛਾਤੀ ਚਿਪਕੀ, ਬੁੱਲ ਮੋਟੇ ਤੇ ਰੰਗ ਦੀ ਕਾਲੀ। ਆਂਟੀ ਆਪੇ ਹੀ ਦੱਸਿਆ ਕਰਦੀ ਸੀ ਕਿ ਉਹ ਉਸਦੇ ਮੁਕਾਬਲੇ ਅੰਤਾਂ ਦਾ ਸੁਨੱਖਾ ਸੀ ਤੇ ਉਸ ਨਾਲ ਨੱਕ ਚਾੜ ਕੇ ਸੌਂਦਾ ਸੀ। ਕਦੇ ਕਦਾਈ ਉਸ ਨਾਲ ਸੁੱਤਾ ਸੁੱਤਾ ਹੀ ਗਾਲਾਂ ਕੱਢਣ ਲੱਗ ਪੈਂਦਾ ਸੀ
ਤੇ ਕੱਪੜੇ ਪਾ ਕੇ ਬਾਹਰ ਨਿਕਲ ਜਾਂਦਾ ਸੀ। ਫਿਰ ਮੁੰਡਾ ਵਿਆਹ ਕੇ ਦੂਜੇ ਸ਼ਹਿਰ ਰਹਿਣ ਲੱਗ ਪਿਆ ਸੀ ਤੇ ਆਂਟੀ ਜਿਵੇਂ ਖਸਮ ਕਰਕੇ ਇਕੱਲੀ ਸੀ। ਪੁੱਤ ਵਿਆਹ ਕੇ ਵੀ ਇਕੱਲੀ ਹੋ ਗਈ ਤੇ ਵਿਚਾਰੀ ਘਰ ਦਾ ਅੱਧਾ ਹਿੱਸਾ ਕਿਰਾਏ ਤੇ ਦੇ ਕੇ ਗੁਜ਼ਾਰਾ ਕਰ ਰਹੀ ਸੀ। ਕਈ ਵਾਰ ਆਂਟੀ ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਪੈਂਦੀ ਸੀ। ਅਚੇਤ ਹੀ, ਪਤਾ ਨਹੀਂ ਸੁਚੇਤ, ਮਰਦ ਤੇ ਘੋੜਾ ਇੱਕ ਚੀਜ਼ ਦਾ ਨਾਂ ਹੀ ਹੈ ਧੀਏ। ਉਸਨੇ ਇੱਕ ਦਿਨ ਕਿਹਾ ਸੀ, ਖੁੱਲ੍ਹੇ ਛੱਡੋ, ਦੋਵੇਂ ਬੇਕਾਬੂ ਹੋ ਜਾਂਦੇ ਨੇ। ਆਪਣੀਆਂ ਤੀਵੀਆਂ ਦੂਰ ਹੋਵੇ, ਆਦਮੀ ਰੱਸਾ ਤੁੜਵਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਤੀਵੀਂ ਦੀਆਂ ਬਾਹਾਂ 'ਚ ਹੀ ਕਾਬੂ ਰਹਿੰਦੇ। ਸਾਡੀ ਰਿਸ਼ਤੇਦਾਰੀ 'ਚੋਂ ਇੱਕ ਗੱਭਰੂ ਫੌਜ 'ਚ ਭਰਤੀ ਹੋ ਗਿਆ ਸੀ ਕੁੜੀਏ, ਆਂਟੀ ਨੇ ਕੋਈ ਪੁਰਾਣੀ ਗੱਲ ਕਰਦਿਆਂ ਕਿਹਾ ਤੇ ਪਿੱਛੇ ਛੱਡ ਗਿਆ ਜਵਾਨ ਤੀਵੀਂ। ਸਾਲ 6 ਮਹੀਨੇ ਬਾਅਦ ਜਦੋਂ ਛੁੱਟੀ ਕੱਟ ਕੇ ਵਾਪਸ ਮੁੜਦਾ, ਉਹ ਤੀਵੀਂ ਨਾਲ ਲਿਪਟ ਕੇ ਤਾਹਾਂ ਮਾਰਨ ਲੱਗ ਪੈਂਦਾ। ਘਰੋਂ ਜਾ ਕੇ ਇੱਕ ਵਾਰੀ ਉਹ ਇੱਕ ਰਾਤ ਨਵੇਂ ਰੰਗਰੂਟ ਨਾਲ ਜਾ ਸੁੱਤਾ। ਰੰਗਰੂਟ ਉਸੇ ਤਰ੍ਹਾਂ ਨੰਗਾ ਆਪਣੇ ਸਾਹਬ ਦੇ ਜਾ ਪੇਸ਼ ਹੋਇਆ। ਪਿੱਠੂ ਲਾ ਕੇ ਉਸਨੂੰ ਨੌਕਰੀਓਂ ਕੱਢਦਾ। ਤੀਵੀਂ ਨੂੰ ਤਰਸਦਾ ਫੌਜੀ ਨੌਕਰੀ ਗਵਾ ਕੇ ਘਰ ਆ ਵੜਿਆ। ਇਸ ਦਾ ਮਤਲਬ ਮੈਨੂੰ ਰਣਜੀਤ ਦਾ ਖਿਆਲ ਰੱਖਣਾ ਚਾਹੀਦਾ। ਮੈਨੂੰ ਕੀ ਕਰਨਾ ਚਾਹੀਦਾ ਆਂਟੀ? ਆਂਟੀ ਦੀ ਗੱਲ ਸੁਣ ਕੇ ਮੈਂ ਹੱਸ ਦੂਰੀ ਹੁੰਦੀ ਨੇ ਪੁੱਛਿਆ, ਤੈਨੂੰ ਮਖੌਲ ਸੁਝਦੇ ਨੇ? ਸਿਆਣੇ ਦੇ ਕਹੇ ਦਾ, ਔਲੇ ਦੇ ਖਾਧੇ ਦਾ ਬਾਅਦ 'ਚ ਪਤਾ ਚੱਲਦਾ ਕੁੜੀਏ। ਚਲੋ ਇਸ ਬਹਾਨੇ ਕਦੇ ਆਂਟੀ ਨੂੰ ਯਾਦ ਕਰ ਲਵੇਂਗੀ। ਆਂਟੀ ਨੇ ਠੰਡਾ ਸਾਹ ਭਰ ਕੇ ਕਿਹਾ ਸੀ। ਆਂਟੀ ਨੂੰ ਯਾਦ ਹੀ ਤਾਂ ਕਰ ਰਹੀ ਹਾਂ। ਅੱਜ ਔਲੇ ਦਾ ਸਵਾਦ ਵੀ ਵੇਖ ਲਿਆ। ਕਿਹੋ ਜਿਹਾ ਪਤਾ ਨਹੀਂ। ਰਣਜੀਤ ਕੁਰਾੜੇ ਮਾਰਿਆ ਹੈ। ਪਤਾ ਨਹੀਂ ਉਹ ਕਦੋਂ ਸੋ ਗਿਆ ਜਾਂ ਜਾਗਦਾ ਹੈ। ਮੈਨੂੰ ਕਿੰਨੀ ਵਾਰ ਮੱਛਰ ਨੇ ਕੱਟ ਲਿਆ, ਮੈਨੂੰ ਪਤਾ ਨਹੀਂ ਲੱਗਿਆ। ਰਣਜੀਤ ਗੋਲਾ ਦਾਗ ਕੇ ਸੋ ਗਿਆ, ਪਰ ਮੈਂ ਟੁਕੜਿਆਂ 'ਚ ਖਿਲਰੀ ਪਈ ਹਾਂ। ਮੇਰੇ ਟੁਕੜੇ ਮੇਰੇ ਅੰਦਰ ਬਾਹਰ ਖਿਲਰੇ ਪਏ ਨੇ। ਹੀਰੋਸ਼ੀਮਾ ਨਹੀਂ ਰਿਹਾ, ਪਰ ਮੈਂ ਫਿਰ ਵੀ ਉਸਦਾ ਘਰ ਸਾਂਭੀ ਬੈਠੀ ਹਾਂ। ਇੱਕ ਹੱਥ ਮੇਰੇ ਸਿਰ 'ਤੇ ਆ ਟਿਕਦਾ ਹੈ, ਨਿੱਘਾ ਜਿਹਾ ਹੱਥ, ਜਿਸ ਦੀ ਛੋਹ ਬਾਪੂ ਦੇ ਹੱਥ ਵਰਗੀ ਵੀ ਹੈ ਤੇ ਮਾਂ ਦੇ ਹੱਥ ਵਰਗੀ ਵੀ। ਮੈਂ ਪੁੱਕ ਜਾਂਦੀ ਹਾਂ, ਸੁੰਗੜ ਜਾਂਦੀ ਹਾਂ, ਰਬੜ ਦੀ ਡੋਲ ਬਣ ਜਾਂਦੀ ਹਾਂ ਮੈਂ। ਵੱਡੀ ਭੈਣ ਦਾ ਮੂੰਹ ਨੇੜੇ ਆਉਂਦਾ ਹੈ। ਜਾਂ ਬੈਠਕ 'ਚ ਮੰਜੀ ਪਈ ਹੈ, ਸਿਆਣੀ ਬਣ, ਜਿੱਦ ਨਹੀਂ ਕਰਦੇ। ਮੇਰੇ ਸਾਹ ਸੁੱਕ ਗਏ, ਜੀਭ ਤਾਲੂਏ ਨਾਲ ਜਾ ਲੱਗੀ। ਲੇਟਿਆ ਹੀ ਭੈਣ ਦੇ ਵੇਖਦੀ ਹਾਂ। ਉਸਦੀਆਂ ਅੱਖਾਂ 'ਚ ਤਰਲੇ ਵਰਗਾ ਕੁਝ ਸੀ। ਮੇਰਾ ਅੰਦਰਲਾ ਪੁੱਬਾ ਮਾਰਦਾ ਹੈ। ਮੇਰੀ ਭੈਣ ਵੱਲ ਵੇਖਣ ਦੀ ਹਿੰਮਤ ਨਹੀਂ ਪੈਂਦੀ। ਸਾਡੇ ਨਸੀਬਾਂ 'ਚ ਇਹੋ ਕੁਝ ਹੈ। ਜਾਂ ਮੇਰੀ ਸਿਆਣੀ ਭੈਣ, ਉਹ ਜਾਂਦੀ ਜਾਂਦੀ ਆਪਣੀਆਂ ਅੱਖਾਂ ਦੀ ਇੱਕ ਗਰਮ ਬੂੰਦ ਮੇਰੇ ਮੱਥੇ 'ਤੇ ਸੁੱਟ ਜਾਂਦੀ ਹੈ। ਮੈਂ ਉੱਠ ਕੇ ਬੈਠ ਜਾਂਦੀ ਹਾਂ। ਦੁਆਲੇ ਨਜ਼ਰ ਮਾਰਦੀ ਹਾਂ। ਬਾਪੂ ਦਰਦ ਨਾਲ ਕਰਾ ਰਿਹਾ। ਛੋਟੀ ਭੈਣ ਪੱਖੀ ਚੱਲ ਰਹੀ। ਮਾਂ ਨਾਲ ਦੀ ਮੰਜੀ 'ਤੇ ਕੁਰਾੜੇ ਮਾਰ ਰਹੀ। ਬੱਚੀ ਮੇਰੀ ਛਾਤੀ ਨਾਲ ਲੱਗੀ ਹੋਈ ਹੈ ਤੇ ਵੱਡੀ ਭੈਣ ਸ਼ਾਇਦ ਮੇਰੇ ਤੁਰਨ ਦੀ ਉਡੀਕ ਕਰ ਰਹੀ ਹੈ ਤੇ ਮੈਂ ਤੁਰ ਪੈਂਦੀ ਹਾਂ ਰਣਜੀਤ ਦੀ ਮੰਜੀ ਨੂੰ ਠੋਕਰ ਮਾਰ ਕੇ, ਉਸ ਹਨੇਰੇ ਵੱਲ ਜਿੱਥੇ ਕੁਝ ਚਿਰ ਪਹਿਲਾਂ ਭੈਣ ਮੰਜੀ ਡਾਹ ਆਈ ਹੈ। ਤੁਰਦਿਆਂ ਮੈਨੂੰ ਜਾਪਦਾ ਹੈ ਜਿਵੇਂ ਮੇਰੇ 'ਚ ਮੈਂ ਨਹੀਂ, ਅਣਦੇਖੀ ਪ੍ਰੀਤੋਂ ਤੁਰ ਰਹੀ ਹੋਵੇ, ਵੱਡੀ ਭੈਣ ਤੁਰ ਰਹੀ ਹੋਵੇ। ਸੋ ਦੋਸਤੋ, ਐਸੀ ਕਹਾਣੀ ਜਿਸ ਦੇ ਲੇਖਕ ਸਨ ਜਗਰੂਪ ਸਿੰਘ ਦਾਤੇਵਾਸ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ।